ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੋਟ ਨਾਲ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਗੱਲ ਕਰ ਲੈਂਦੇ ਆ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ। ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਹੈ ਕਿ ਹੁਣ ਕੈਨੇਡਾ ਵੱਲੋਂ ਕਿੰਨੇ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਪੱਕਾ ਕੀਤਾ ਜਾਏਗਾ। ਸਭ ਤੋਂ ਪਹਿਲਾਂ ਤਾਂ ਜੋ ਟਾਰਗੇਟ ਤੈਅ ਕੀਤਾ ਗਿਆ ਉਸ ਬਾਰੇ ਜਾਣਕਾਰੀ ਜਾਣਨਾ ਚਾਹਾਂਗੇ। ਜੀ ਬਿਲਕੁਲ ਜੀ, ਆਪਾਂ 11 ਫਰਵਰੀ ਨੂੰ ਇਸ ਖਬਰ ਦੀ ਉਡੀਕ ਕਰ ਰਹੇ ਸੀ, ਪਰ ਅੱਜ ਜਿਹੜੀ ਇਹ ਖਬਰ ਸਾਹਮਣੇ ਆਈ ਆ ਔਰ ਨਵੇਂ ਇਮੀਗ੍ਰੇਸ਼ਨ ਪਲਾਨ ਤੇ ਇਮੀਗ੍ਰੇਸ਼ਨ ਦਾ ਜਿਹੜਾ ਟਾਰਗੇਟ ਆ ਔਰ ਕਿਸ ਕੈਟਾਗਰੀ ਵਿੱਚ ਕਿੰਨਾ ਟਾਰਗੇਟ ਹੋਵੇਗਾ, ਉਹ ਅਸੀਂ ਅੱਜ ਸਾਰੀ ਜਾਣਕਾਰੀ ਤੇ ਦਰਸ਼ਕਾਂ ਨੂੰ ਦੇਵਾਂਗੇ ਕਿ ਕੈਨੇਡਾ ਨੇ ਆਪਣਾ ਅਗਲਾ 3 ਸਾਲ ਦਾ ਜਿਹੜਾ ਇਮੀਗ੍ਰੇਸ਼ਨ ਪਲਾਨ ਆ ਉਹ ਕਿਸ ਤਰੀਕੇ ਦਾ ਰੱਖਿਆ। ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਆਉਣ ਵਾਲੇ 3 ਸਾਲ ਜਿਹੜੇ ਆ, ਜਿਹਦੇ ਵਿੱਚ 2022, 2023 ਤੇ 2024 ਨੂੰ ਲੈ ਕੇ ਜਿਹੜਾ ਵਾ ਪਲਾਨ ਸਾਂਝਾ ਕੀਤਾ ਗਿਆ, ਉਹ ਕੁੱਲ ਮਿਲਾ ਕੇ 13,29,700 ਜਿਹੜੇ ਲੋਕਾਂ ਨੂੰ ਪੀਆਰ ਜਿਹੜੀ ਆ ਉਹ ਇਸ 3 ਸਾਲਾਂ ਵਿੱਚ ਦਿੱਤੀ ਜਾਣੀ ਆ। ਸੋ ਵੱਡਾ ਟਾਰਗੇਟ ਆ। ਆਉਣ ਵਾਲੇ 3 ਸਾਲਾਂ ਵਿੱਚ 13,29,000 ਤੋਂ ਵੱਧ ਜਿਹੜੇ ਟੀਚੇ ਰੱਖੇ ਗਏ ਨੇ, ਜਿਹਦੇ ਵਿੱਚ ਵੱਖ-ਵੱਖ ਕੈਟਾਗਰੀਜ਼ ਨੇ। ਔਰ ਜੇਕਰ ਅਸੀਂ ਇਹਦੇ ਵਿੱਚ ਸਾਲ ਵਾਈਜ਼ ਗੱਲ ਕਰੀਏ ਤਾਂ ਇਹਦੇ ਵਿੱਚ ਇਸ ਸਾਲ ਲਈ ਜਿਹੜਾ ਵਾ 4,31,645 ਦਾ ਟਾਰਗੇਟ ਜਿਹੜਾ ਉਹ ਰੱਖਿਆ ਗਿਆ। ਸਾਲ 2023 ਦੇ ਲਈ ਜਿਹੜਾ ਵਾ 4,47,000 ਦਾ ਟਾਰਗੇਟ ਔਰ 2024 ਲਈ ਜਿਹੜਾ ਸੀ ਉਹ 4,51,000 ਦਾ ਟਾਰਗੇਟ ਰੱਖਿਆ ਗਿਆ। ਸੋ ਜਿਸ ਤਰੀਕੇ ਨਾਲ ਪਹਿਲਾਂ ਅਸੀਂ ਦਰਸ਼ਕਾਂ ਨੂੰ ਦੱਸਦੇ ਸੀ ਕਿ 2021 ਲਈ ਜਿਹੜਾ ਸੀ ਉਹ 4,01,000 ਤੇ ਇਸ ਸਾਲ ਲਈ ਜਿਹੜਾ ਸੀ ਉਹ 4,11,000 ਦਾ ਟਾਰਗੇਟ ਸੀ, ਜੋ ਹੁਣ ਵਧਾ ਕੇ 4,31,000 ਕਰ ਦਿੱਤਾ ਗਿਆ, ਜਿਸ 'ਚ 20,000 ਹੋਰ ਜੋੜਿਆ ਗਿਆ। ਔਰ ਉਸ ਤੋਂ ਅਗਲਾ ਟਾਰਗੇਟ ਜਿਹੜਾ ਸੀ ਉਹ 4,21,000 ਦਾ ਸੀਗਾ, ਜੋ ਵਧਾ ਕੇ ਹੁਣ 4,47,000 ਜਿਹੜਾ ਉਹ ਕਰ ਦਿੱਤਾ ਗਿਆ। ਔਰ ਹੁਣ ਅਸੀਂ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਹਾਂ ਕਿ ਕਿਹੜੀ ਕੈਟਾਗਰੀ ਵਿੱਚ ਕਿੰਨੇ ਲੋਕਾਂ ਨੂੰ ਪੀਆਰ ਮਿਲੇਗੀ, ਜਿਹਦੇ ਵਿੱਚ ਇਕਨੋਮਿਕ ਕਲਾਸ ਦੇ ਵਿੱਚ ਜੇਕਰ ਅਸੀਂ ਟੋਟਲ ਦੇਖੀਏ ਤਾਂ 2,41,000 ਲੋਕਾਂ ਨੂੰ ਪੀਆਰ ਜਿਹੜੀ ਦਿੱਤੀ ਜਾ ਸਕਦੀ ਆ। ਔਰ ਇਹ 'ਚ ਸੰਭਾਵਨਾਵਾਂ ਬਾਰੇ ਵੀ ਗੱਲ ਕਰੀਏ ਤਾਂ ਘੱਟ ਤੋਂ ਘੱਟ 2,10,000, ਜੇਕਰ ਬੇਹੱਦ ਸਲੋ ਕੰਮ ਵੀ ਚੱਲਦਾ ਆ ਤਾਂ ਇਮੀਗ੍ਰੇਸ਼ਨ ਦੇ ਹਿਸਾਬ ਨਾਲ, ਹਾਲਾਂਕਿ ਟਾਰਗੇਟ 2,41,850 ਦਾ ਆ ਇਕਨੋਮਿਕ ਕਲਾਸ ਦੇ ਵਿੱਚ, ਪਰ ਜੇਕਰ ਕੰਮ ਘੱਟ ਤੋਂ ਘੱਟ ਵੀ ਚੱਲਦਾ ਆ ਤਾਂ ਫਿਰ ਵੀ ਘੱਟ ਤੋਂ ਘੱਟ 2,10,000 ਤੇ ਵੱਧ ਤੋਂ ਵੱਧ 2,48,000 ਲੋਕਾਂ ਨੂੰ ਪੀਆਰ ਜਿਹੜੀ ਉਹ ਦਿੱਤੀ ਜਾਵੇਗੀ ਇਕਨੋਮਿਕ ਕਲਾਸ ਦੇ ਵਿੱਚ। ਔਰ ਇਹਦੇ ਵਿੱਚ ਜੇਕਰ ਅਸੀਂ ਫੈਡਰਲ ਹਾਈ ਸਕਿਲਡ ਵਰਕਰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ 55,900 ਦਾ ਟਾਰਗੇਟ ਰੱਖਿਆ ਗਿਆ। ਔਰ ਫੈਡਰਲ ਇਕਨੋਮਿਕ ਪਬਲਿਕ ਪਾਲਿਸੀਜ਼ ਵਿੱਚ ਗੱਲ ਕਰੀਏ ਤਾਂ 40,000, ਜੇ ਚ ਆਪਾਂ ਜਿਵੇਂ TR ਟੂ PR ਜਾਂ ਹੋਰ ਇਸ ਤਰੀਕੇ ਦੇ ਕੋਈ ਪ੍ਰੋਗਰਾਮ ਆ ਸਕਦੇ ਨੇ, ਉਹਦੇ ਵਿੱਚ ਵੀ 40,000 ਦਾ ਕੋਟਾ ਰੱਖਿਆ ਗਿਆ। ਔਰ ਫੈਡਰਲ ਬਿਜ਼ਨਸ ਦੇ ਵਿੱਚ 1,000। ਇਸ ਤੋਂ ਇਲਾਵਾ ਇਕਨੋਮਿਕ ਪਾਇਲਟ ਜਿਹੜਾ ਪ੍ਰੋਗਰਾਮ ਆ, ਇਹਦੇ ਵਿੱਚ ਕੇਅਰ ਗਿਵਰਸ ਵੀ ਆਉਣਗੀਆਂ, ਐਗਰੀ ਫੂਡ ਪਾਇਲਟ ਪ੍ਰੋਗਰਾਮ ਵੀ ਆਊਗਾ, ਰੂਰਲ ਤੇ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਜਿਹੜਾ ਇਕਨੋਮਿਕ ਮੋਬਿਲਿਟੀ ਪਾਥਵੇ ਪ੍ਰੋਜੈਕਟ ਆ, ਉਹਦੇ ਵਿੱਚ ਜਿਹੜਾ ਵਾ ਕੁੱਲ ਮਿਲਾ ਕੇ 10,250 ਜਿਹੜਾ ਟਾਰਗੇਟ ਰੱਖਿਆ ਗਿਆ ਲੋਕਾਂ ਨੂੰ ਪੀਆਰ ਦੇਣ ਦਾ। ਇਸ ਤੋਂ ਇਲਾਵਾ ਜਿਹੜਾ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਆ, ਜੋ ਕਿ ਨੋਵਾ ਸਕੋਸ਼ੀਆ, ਨਿਊ ਬਰੰਸਵਿਕ, ਪ੍ਰਿੰਸ ਐਡਵਰਡ ਵਰਗੇ ਸੂਬਿਆਂ 'ਚ ਚੱਲਦਾ, ਜਿਹੜੇ ਐਟਲਾਂਟਿਕ ਸੂਬੇ ਨੇ, ਜਿਹੜੇ ਪ੍ਰੋਗਰਾਮ ਨੂੰ ਹੁਣ ਪਰਮਾਨੈਂਟ ਕਰ ਦਿੱਤਾ ਗਿਆ, ਜੋ ਕਿ ਪਹਿਲਾਂ ਪਾਇਲਟ ਪ੍ਰੋਗਰਾਮ ਸੀ, ਉਹਦੇ ਵਿੱਚ ਵੀ ਜਿਹੜਾ 6,250 ਦਾ ਟਾਰਗੇਟ ਰੱਖਿਆ ਗਿਆ। ਔਰ ਪ੍ਰੋਵਿੰਸ਼ੀਅਲ ਜਿਹੜਾ ਨੋਮਨੀ ਪ੍ਰੋਗਰਾਮ ਆ PNP, ਇਹਦੇ ਵਿੱਚ ਸਭ ਤੋਂ ਵੱਡਾ ਟਾਰਗੇਟ ਜਿਹੜਾ ਉਹ ਰੱਖਿਆ ਗਿਆ ਵਾ। ਜੇਕਰ ਅਸੀਂ ਸਾਰੀਆਂ ਇਕਨੋਮਿਕ ਜਿਹੜੀ ਕਲਾਸ ਆ ਉਹ 'ਚ ਦੇਖ ਲਈਏ ਤਾਂ ਸਭ ਤੋਂ ਵੱਧ ਕੋਟਾ ਜਿਹੜਾ ਉਹ PNP ਦਾ ਹੀ ਰੱਖਿਆ ਗਿਆ, ਜਿਹਦੇ ਵਿੱਚ 83,500 ਜਿਹੜਾ ਉਹ ਟਾਰਗੇਟ ਰੱਖਿਆ ਜਾਵੇਗਾ। ਸੋ ਕੁੱਲ ਮਿਲਾ ਕੇ 2,000 ਜਿਹੜਾ ਵਾ ਇਹ 2,41,500 ਜਿਹੜੀ ਇਹ ਬਣਦੀ ਹੈ, 850 ਮਾਫ ਕਰਨਾ। ਸੋ ਇਹਦੇ ਵਿੱਚ ਜੇਕਰ ਹੁਣ ਅਸੀਂ ਫੈਮਿਲੀ ਕਲਾਸ ਵਾਲੇ ਪ੍ਰੋਗਰਾਮ ਦੇਖ ਲਈਏ ਤਾਂ ਉਹਦੇ ਵਿੱਚ ਸਪਾਊਸ ਪਾਰਟਨਰ ਤੇ ਜਿਹੜੇ ਚਿਲਡਰਨ ਆ, ਉਹਦੇ ਵਿੱਚ 80,000 ਜਿਹੜੀਆਂ ਉਹ ਦਾ ਕੋਟਾ ਰੱਖਿਆ ਗਿਆ, 80,000 ਨੂੰ ਪੀਆਰ ਦੇਣ ਦਾ। ਤੇ ਜਿਹੜੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਵਾਲਾ ਪ੍ਰੋਗਰਾਮ ਆ, ਉਹਦੇ ਵਿੱਚ ਵੀ 25,000 ਜਿਹੜਾ ਰੱਖਿਆ ਗਿਆ, ਹਾਲਾਂਕਿ ਜਿਹਦਾ ਪਹਿਲਾਂ ਵੀ ਐਲਾਨ ਹੋ ਚੁੱਕਾ ਸੀਗਾ। ਔਰ ਫੈਮਿਲੀ ਕਲਾਸ ਵਿੱਚ ਟੋਟਲ 1,05,000 ਜਿਹੜੇ ਇਮੀਗ੍ਰਾਂਟਸ ਆ, ਉਹਨਾਂ ਦਾ ਸਵਾਗਤ ਕੈਨੇਡਾ 'ਚ ਕੀਤਾ ਜਾਵੇਗਾ। ਇਸ ਤੋਂ ਅੱਗੇ ਜੇਕਰ ਅਸੀਂ ਗੱਲ ਕਰੀਏ ਕੁਝ ਜਿਹੜੀਆਂ ਰਿਫਿਊਜੀ ਜਿਹੜੀ ਉਹ ਹੈਗੀ ਆ ਕੈਟਾਗਰੀ, ਤਾਂ ਰਿਫਿਊਜੀ ਵਿੱਚ ਵੀ ਵੱਖ-ਵੱਖ ਤਰ੍ਹਾਂ ਦੀਆਂ ਅੱਗੇ ਜਾ ਕੇ ਕੈਟਾਗਰੀਜ਼ ਬਣਦੀਆਂ ਨੇ,
ਜਿਹਦੇ ਵਿੱਚ ਪ੍ਰੋਟੈਕਟਡ ਪਰਸਨਸ ਇਨ ਕੈਨੇਡਾ ਐਂਡ ਡਿਪੈਂਡੈਂਟਸ ਅਬਰੋਡ ਦੇ ਵਿੱਚ 24,500, ਰੀਸੈਟਲਡ ਰਿਫਿਊਜੀ ਗਵਰਨਮੈਂਟ ਅਸਿਸਟਡ ਦੇ ਵਿੱਚ 19,790। ਇਸ ਤੋਂ ਇਲਾਵਾ ਰੀਸੈਟਲਡ ਰਿਫਿਊਜੀ ਪ੍ਰਾਈਵੇਟਲੀ ਸਪਾਂਸਰ ਦੇ ਵਿੱਚ 31,255। ਤੇ ਇਸੇ ਤਰੀਕੇ ਨਾਲ ਅੱਗੇ ਜਾ ਕੇ ਜੇਕਰ ਅਸੀਂ ਟੋਟਲ ਦੇਖੀਏ ਤਾਂ 76,545 ਕੁੱਲ ਮਿਲਾ ਕੇ ਜਿਹੜੇ ਉਹ ਰਿਫਿਊਜੀਆਂ ਦਾ ਸਵਾਗਤ ਇਸ ਸਾਲ ਜਿਹੜਾ ਉਹ ਕੀਤਾ ਜਾਣਾ ਆ। ਤੇ ਮਨੁੱਖਤਾ ਦੇ ਅਧਿਕਾਰ ਤੇ ਜਿਹੜੀ ਆਧਾਰ ਤੇ ਜਾਂ ਹਮਦਰਦੀ ਦੇ ਆਧਾਰ ਤੇ ਜਿਹੜੀ ਇਮੀਗ੍ਰੇਸ਼ਨ PR ਮਿਲਦੀ ਆ ਉਹਦੇ ਵਿੱਚ ਵੀ 8,250 ਫਾਈਲਾਂ ਰੱਖੀਆਂ ਗਈਆਂ ਨੇ। ਸੋ ਇਸੇ ਤਰੀਕੇ ਨਾਲ ਜੇਕਰ ਅਸੀਂ ਆਉਣ ਵਾਲੇ ਸਾਲਾਂ ਦੀ ਗੱਲ ਕਰੀਏ ਤਾਂ 2023 ਦੇ ਵਿੱਚ ਜਿਹੜਾ ਵਾ ਫੈਮਿਲੀ ਕਲਾਸ ਦੇ ਮਾਫ ਕਰਨਾ ਇਕਨੋਮਿਕ ਕਲਾਸ ਦੇ ਵਿੱਚ 2,53,000 ਤੇ ਫੈਮਿਲੀ ਕਲਾਸ ਵਿੱਚ 1,09,000 ਤੇ ਰਿਫਿਊਜੀਆਂ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ 74,000 ਦਾ ਜਿਹੜਾ ਟਾਰਗੇਟ ਆ। ਤੇ ਜੇਕਰ 2024 ਦੀ ਗੱਲ ਕਰੀਏ ਜਿੱਥੇ ਕੁੱਲ ਟਾਰਗੇਟ 4,51,000 ਵੱਧ ਕੇ ਉਹਦੇ ਵਿੱਚ ਫੈਮਿਲੀ ਜਿਹੜਾ ਅਸੀਂ ਇਕਨੋਮਿਕ ਕਲਾਸ 'ਚ ਕਾਫੀ ਵਾਧਾ ਆ, ਜਿਸ 'ਚ 2,67,750 ਇਕਨੋਮਿਕ ਕਲਾਸ, ਉਸ ਤੋਂ ਬਾਅਦ 1,13,000 ਫੈਮਿਲੀ ਕਲਾਸ ਤੇ ਫਿਰ ਜਾ ਕੇ ਰਿਫਿਊਜੀ ਵਿੱਚ 62,500 ਦਾ ਵਾਧਾ ਜਿਹੜਾ ਉਹ ਕੀਤਾ ਗਿਆ। ਸੋ ਕੁੱਲ ਮਿਲਾ ਕੇ ਅਸੀਂ ਦੇਖੀਏ ਫੈਮਿਲੀ ਕਲਾਸ ਤੇ ਇਕਨੋਮਿਕ ਕਲਾਸ 'ਚ ਵਾਧਾ ਕੀਤਾ ਜਾ ਰਿਹਾ, ਜਦਕਿ ਰਿਫਿਊਜੀ ਵਾਲੇ ਕੇਸਾਂ ਵਿੱਚ ਉਹ ਥੋੜਾ ਗਿਰਾਵਟ ਦਰਜ ਕੀਤੀ ਜਾ ਰਹੀ। ਜੀ ਸੋ ਮਨਦੀਪ ਜੀ, ਸਵਾਲ ਫਿਰ ਇਹ ਵੀ ਹੈ ਕਿ ਹੁਣ ਜਿਸ ਤਰ੍ਹਾਂ ਪਹਿਲਾਂ ਜੋ ਟਾਰਗੇਟ ਤੈਅ ਕੀਤਾ ਗਿਆ ਸੀ ਉਸ ਨਾਲੋਂ ਜ਼ਿਆਦਾ ਜਿਹੜੇ ਇਮੀਗ੍ਰੈਂਟਸ ਨਾਲ ਸੰਬੰਧਿਤ ਟਾਰਗੇਟ ਰੱਖਿਆ ਗਿਆ ਉਸ ਨੂੰ ਵਧਾਇਆ ਗਿਆ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਹੁਣ ਟਾਰਗੇਟ ਵਿੱਚ ਵਾਧਾ ਕਿਉਂ ਕੀਤਾ ਜਾ ਰਿਹਾ, ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਜੀ ਬਿਲਕੁਲ ਜੀ, ਇੱਕ ਤਾਂ ਕਿਉਂਕਿ ਕੋਵਿਡ ਦੀ ਮਹਾਮਾਰੀ ਵਿੱਚ ਜਿਹੜਾ ਸੀ ਉਹ ਕਾਫੀ ਕੁਝ ਨਿਕਲ ਕੇ ਸਾਹਮਣੇ ਆਇਆ, ਉਹ ਖਾਸ ਕਰਕੇ ਕੈਨੇਡਾ ਦੇ ਵਿੱਚ ਵਰਕਰਾਂ ਦੀ ਜਿਹੜੀ ਘਾਟ ਆ ਮੁੱਖ ਤੌਰ ਤੇ ਇਸੇ ਨੂੰ ਪੂਰਾ ਕਰਨ ਲਈ ਜਿਹੜੀ ਉਹ ਇਮੀਗ੍ਰੇਸ਼ਨ ਜਿਹੜੀ ਉਹ ਕੀਤੀ ਜਾਂਦੀ ਹੈ। ਕੈਨੇਡਾ ਦੀ ਆਬਾਦੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਕੈਨੇਡਾ ਦੇ ਵਿੱਚ ਪ੍ਰੋਡਕਸ਼ਨ ਵੱਧ ਸਕੇ। ਕੈਨੇਡਾ ਜੋ ਕਿ ਹੋਰਨਾਂ ਮੁਲਕਾਂ ਉੱਤੇ ਕਈ ਚੀਜ਼ਾਂ ਉੱਤੇ ਨਿਰਭਰ ਕਰਦਾ, ਸੋ ਚੀਜ਼ਾਂ ਖੁਦ ਕੈਨੇਡਾ ਵਿੱਚ ਬਣਨ, ਕੈਨੇਡਾ 'ਚ ਜਿਹੜੇ ਆ ਵੱਧ ਤੋਂ ਵੱਧ ਲੇਬਰ ਹੋਵੇ। ਔਰ ਇੱਕ ਹੋਰ ਜਿਹੜਾ ਅੰਕੜਾ ਅੱਜ ਪੇਸ਼ ਕੀਤਾ ਗਿਆ ਇਮੀਗ੍ਰੇਸ਼ਨ ਵੱਲੋਂ, ਜਿਹਦੇ ਵਿੱਚ ਇਹ ਕਿਹਾ ਗਿਆ ਕਿ 2030 ਤੱਕ 5 ਮਿਲੀਅਨ ਜਿਹੜੇ ਕੈਨੇਡੀਅਨ ਆ, ਭਾਵ ਕਿ 50 ਲੱਖ ਜਿਹੜੇ ਕੈਨੇਡੀਅਨ ਆ ਉਹ ਰਿਟਾਇਰ ਹੋ ਜਾਣਗੇ। ਇਹਦਾ ਮਤਲਬ ਇਹ ਆ ਕਿ ਫਿਰ ਉਹ 50 ਲੱਖ ਕੈਨੇਡੀਅਨਸ ਨੂੰ ਪੈਨਸ਼ਨਾਂ ਵੀ ਦੇਣੀਆਂ ਪੈਣਗੀਆਂ, ਜੋ ਕਈ ਵਾਰ ਕੁਝ ਲੋਕਾਂ ਦੀਆਂ ਜੋ ਇੱਕ ਕੰਮ ਕਰਦੇ ਵਿਅਕਤੀ ਦੇ ਤਨਖਾਹ ਦੇ ਬਰਾਬਰ ਹੀ ਹੁੰਦੀਆਂ ਨੇ, ਕਈ ਵਾਰ ਵੱਧ ਵੀ ਹੋ ਜਾਂਦੀਆਂ ਨੇ, ਜੋ ਉਹਨਾਂ ਦੇ ਕੰਮ ਤੇ ਉੱਤੇ ਡਿਪੈਂਡ ਕਰਦਾ ਕਿ ਕਿਸ ਤਰੀਕੇ ਦੀ ਉਹਨਾਂ ਨੇ ਸਰਵਿਸ ਦਿੱਤੀ ਆ। ਸੋ ਉਹ ਸਭ ਨੂੰ ਪੂਰਾ ਕਰਨ ਲਈ, ਉਹ ਖਰਚਾ ਚੱਕਣ ਲਈ ਜਿਹੜਾ ਵਾ ਵੱਧ ਤੋਂ ਵੱਧ ਲੋਕ ਕੰਮ ਕਰਨ ਵਾਲੇ ਚਾਹੀਦੇ ਆ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜੀ 5 ਮਿਲੀਅਨ ਜੌਬਸ ਖਾਲੀ ਹੋਣੀਆਂ ਨੇ ਉੱਥੇ ਦੁਬਾਰਾ ਹੋਰ ਲੋਕ ਚਾਹੀਦੇ ਨੇ, ਫਿਰ ਉਸ ਤੋਂ ਬਾਅਦ 'ਚ ਨਵੀਆਂ ਜੌਬਸ ਵੀ ਕ੍ਰੀਏਟ ਹੋ ਰਹੀਆਂ ਨੇ, ਇਹਨਾਂ ਲੋਕਾਂ ਦੇ ਖਰਚੇ ਵੀ ਚੁੱਕਣੇ ਨੇ, ਹੋਰ ਜਿਹੜੀਆਂ ਵੈਲਫੇਅਰ ਸਕੀਮਾਂ ਵੀ ਚਲਾਉਣੀਆਂ ਨੇ। ਸੋ ਵੱਧ ਤੋਂ ਵੱਧ ਟੈਕਸ ਦੀ ਕੈਨੇਡਾ ਨੂੰ ਲੋੜ ਆ। ਸੋ ਇਸ ਕਰਕੇ ਇਮੀਗ੍ਰੇਸ਼ਨ ਇਸ ਕਰਕੇ ਵਧਾਈ ਜਾ ਰਹੀ ਆ, ਇੱਕ ਤਾਂ ਜਿਹੜੀ ਲੇਬਰ ਦੀ ਜਿਹੜੀ ਸ਼ਾਰਟੇਜ ਆ ਉਹ ਨਾ ਆਵੇ, ਕਿਉਂਕਿ ਜੇਕਰ ਇਮੀਗ੍ਰੇਸ਼ਨ ਘਟਾ ਦਿੱਤੀ ਜਾਂਦੀ ਆ ਔਰ ਇਹ 5 ਮਿਲੀਅਨ ਬੰਦਾ ਤਾਂ ਆਪਣੇ ਉਮਰ ਦੇ ਹਿਸਾਬ ਨਾਲ ਜਿਹੜਾ ਉਹ ਤਾਂ ਰਿਟਾਇਰ ਹੋ ਜਾਵੇਗਾ, ਔਰ ਫਿਰ ਇਹਨਾਂ ਦੀਆਂ ਨੌਕਰੀਆਂ ਭਰਨੀਆਂ ਵੀ ਔਖੀਆਂ ਹੋ ਜਾਣਗੀਆਂ, ਇਹਨਾਂ ਦੀਆਂ ਥਾਵਾਂ ਭਰਨੀਆਂ ਵੀ ਔਖੀਆਂ ਹੋ ਜਾਣਗੀਆਂ। ਸੋ ਉਸ ਤੋਂ ਲੈ ਕੇ ਵੀ ਜਿਹੜਾ ਵਾ ਲਗਾਤਾਰ ਕੈਨੇਡਾ ਵੱਲੋਂ ਧਿਆਨ ਰੱਖਿਆ ਜਾਂਦਾ ਔਰ ਕੈਨੇਡਾ ਦੀ ਆਬਾਦੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਇਹਦੇ ਵਿੱਚ ਹੁਣ ਇਹੀ ਜਿਹੜਾ ਮੁੱਖ ਕਾਰਨ ਆ ਕਿ ਲਗਾਤਾਰ ਜਿਹੜੇ ਟਾਰਗੇਟ ਨੇ ਉਹ ਵਧਾਏ ਜਾ ਰਹੇ ਨੇ ਤਾਂ ਕਿ ਲੇਬਰ ਦੀ ਜਿਹੜੀ ਸ਼ਾਰਟੇਜ ਆ ਉਹਨੂੰ ਪੂਰਾ ਕੀਤਾ ਜਾਂਦਾ ਰਹੇ। ਜੀ ਮਨਦੀਪ ਜੀ, ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਅੱਜ ਐਲਾਨ ਤਾਂ ਕਰ ਦਿੱਤਾ ਗਿਆ, ਪਰ ਦੂਜੇ ਪਾਸੇ ਇਹ ਵੀ ਚੀਜ਼ ਹੈ ਕਿ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਹੈ ਉਹਦੀ ਵੀ ਉਡੀਕ ਕੀਤੀ ਜਾ ਰਹੀ ਹੈ, ਜਿਸ ਬਾਰੇ ਅੱਜ ਨਹੀਂ ਵੀ ਦੱਸਿਆ ਗਿਆ। ਪਰ ਦੂਜੇ ਪਾਸੇ ਕਈਆਂ ਵੱਲੋਂ ਕਾਫੀ ਦੇਰ ਤੋਂ ਜੋ ਫਾਈਲਾਂ ਲਗਾਈਆਂ ਗਈਆਂ ਉਹਨਾਂ ਦੀ ਫਾਈਲ ਦੇ ਉੱਪਰ ਜੋ ਅਜੇ ਤੱਕ ਕੋਈ ਫੈਸਲਾ ਨਹੀਂ ਸੁਣਾਇਆ ਜਾ ਰਿਹਾ ਹੈ, ਇਸ ਬਾਰੇ ਵੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਕੀਤਾ ਜਾਵੇਗਾ? ਜੀ ਬਿਲਕੁਲ ਜੀ, ਜੇਕਰ ਅਸੀਂ ਆ ਟਾਰਗੇਟਸ ਨੂੰ ਦੇਖੀਏ, ਹਾਲਾਂਕਿ ਅਸੀਂ ਇਮੀਗ੍ਰੇਸ਼ਨ ਦੇ ਜਿਹੜੇ ਮਾਹਰ ਆ ਉਹਨਾਂ ਨਾਲ ਗੱਲਬਾਤ ਕਰਾਂਗੇ, ਪਰ ਜਿੰਨਾ ਕੁ ਅਸੀਂ ਸਮਝ ਸਕਦੇ ਹਾਂ ਕਿ ਇਸ ਵਾਰ ਜਿਹੜਾ ਵਾ PNP ਨੂੰ ਬਹੁਤ ਜ਼ਿਆਦਾ ਜਿਹੜੀ ਉਹ ਮਹੱਤਤਾ ਦਿੱਤੀ ਗਈ ਆ। ਸੋ ਜ਼ਿਆਦਾ ਫਾਈਲਸ ਜਿਹੜੀਆਂ ਨੇ ਉਹ PNP ਦੇ ਥਰੂ ਲੱਗਣਗੀਆਂ। ਅਸੀਂ ਦੇਖ ਵੀ ਰਹੇ ਹਾਂ ਕਿ ਪਿਛਲੇ ਸਾਲ ਸਤੰਬਰ ਤੋਂ ਲੈ ਕੇ ਲਗਾਤਾਰ ਜਿਹੜੇ ਉਹ PNP ਸਪੈਸੀਫਿਕ ਡਰਾਅ ਹੀ ਨਿਕਲਦੇ ਆ ਰਹੇ ਨੇ, ਜਿਨ੍ਹਾਂ ਵੱਲੋਂ ਸੂਬੇ ਵੱਲੋਂ ਜਿੱਦਾਂ ਦੀ ਜਿਹੋ ਜਿਹੀ ਲੇਬਰ ਚਾਹੀਦੀ ਹੈ ਉਸ ਤਰੀਕੇ ਨਾਲ ਉਹਨਾਂ ਵੱਲੋਂ PNP ਡਰਾਅ ਕੱਢੇ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਅੱਗੋਂ ਫਿਰ PNP ਸਪੈਸੀਫਿਕ ਜਿਹੜੇ ਐਕਸਪ੍ਰੈਸ ਐਂਟਰੀ ਡਰਾਅ ਆ ਉਹਨਾਂ ਰਾਹੀਂ PR ਦਿੱਤੀ ਜਾਂਦੀ ਆ।
ਸੋ ਜੇਕਰ ਅਸੀਂ ਫੈਡਰਲ ਹਾਈ ਸਕਿਲਡ ਜਿਹਦੇ ਵਿੱਚ ਵੀ ਐਕਸਪ੍ਰੈਸ ਐਂਟਰੀ ਆਉਂਦੀ ਆ ਉਹਦੇ ਵਿੱਚ 55,900 ਭਾਵ ਕਿ 56,000 ਜਿਹੜੇ ਉਹ ਫਾਈਲਾਂ ਨੇ ਤੇ ਪੀਐਨਪੀ ਵਾਲੇ ਜਿਹੜੇ ਹੈਗੇ ਆ ਉਹਦੇ ਵਿੱਚ ਲਗਭਗ ਜੇਕਰ ਅਸੀਂ ਕਹੀਏ ਤਾਂ 83,500 ਨੇ। ਸੋ ਲੱਗਦਾ ਇਹ ਆ ਕਿ ਕੈਨੇਡੀਅਨ ਐਕਸਪੀਰੀਅੰਸ ਤੇ ਕਲਾਸ ਦੇ ਡਰਾਅ ਵੀ ਨਿਕਲਣਗੇ, ਫੈਡਰਲ ਦੇ ਵੀ ਨਿਕਲਣਗੇ, ਪਰ ਹੋ ਸਕਦਾ ਕਿ ਪੁਆਇੰਟ ਥੋੜੇ ਹਾਈ ਰਹਿਣ। ਬਾਕੀ ਇਹ ਕਿ ਪੀਐਨਪੀ ਨੂੰ ਲੈ ਕੇ ਇਸ ਵਾਰ ਕਾਫੀ ਜ਼ਿਆਦਾ ਜਿਹੜਾ ਉਹ ਕੀਤਾ ਗਿਆ ਵਾ। ਔਰ ਇਹਦੇ ਨਾਲ ਜਿਹੜੀ ਕੁਝ ਰਿਪੋਰਟ ਸਾਂਝੀ ਕੀਤੀ ਗਈ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਲਗਭਗ 4,05,000 ਦਾ ਜਿਹੜਾ ਟਾਰਗੇਟ ਉਹ ਪੂਰਾ ਕੀਤਾ ਗਿਆ। 4,01,000 ਦਾ ਟਾਰਗੇਟ ਸੀ। ਅੱਜ ਇਮੀਗ੍ਰੇਸ਼ਨ ਵੱਲੋਂ 2020 ਦੀ ਰਿਪੋਰਟ ਵੀ ਪਾਰਲੀਮੈਂਟ ਵਿੱਚ ਰੱਖੀ ਗਈ ਕਿ ਉਹਦੇ ਵਿੱਚ ਕੀ ਹੋਇਆ, ਔਰ ਫਿਰ 21 ਦੀ ਜਿਹੜੀ ਆ 2021 ਦੀ ਰਿਪੋਰਟ ਜਿਹੜੀ ਉਹ ਵੀ ਪਾਰਲੀਮੈਂਟ ਦੇ ਵਿੱਚ ਰੱਖੀ ਗਈ ਹੈ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ 2020 ਵਿੱਚ 1,84,000 ਨੂੰ ਜਿਹੜਾ ਉਹਦਾ ਸਵਾਗਤ ਕੀਤਾ ਗਿਆ ਸੀ ਇਮੀਗ੍ਰੈਂਟਸ ਦਾ, ਔਰ ਇਹਦੇ ਨਾਲ ਜਿਹੜਾ ਸੀ 9 ਲੱਖ ਦੇ ਕਰੀਬ ਲੋਕਾਂ ਜਿਹੜੇ ਸੀ ਉਹ ਟਰੈਵਲ ਡਾਕੂਮੈਂਟਸ ਵੰਡੇ ਗਏ ਸੀ। ਇਹਦੇ ਨਾਲ ਬਾਕੀ ਚੀਜ਼ਾਂ ਕਿੰਨਿਆਂ ਨੂੰ ਵਰਕ ਪਰਮਿਟ ਦਿੱਤੇ ਗਏ ਉਹ ਸਾਰੀਆਂ ਚੀਜ਼ਾਂ ਵੀ ਸਾਹਮਣੇ ਰੱਖੀਆਂ ਗਈਆਂ ਸੀਗੀਆਂ। ਸੋ ਇਸੇ ਤਰੀਕੇ ਨਾਲ ਜਿਹੜਾ ਉਹ 2021 ਦੀ ਰਿਪੋਰਟ ਵੀ ਦਿੱਤੀ ਗਈ ਆ, ਔਰ ਉਹ 'ਚ ਇੱਕ ਹੋਰ ਅਹਿਮ ਜਾਣਕਾਰੀ ਦਿੱਤੀ ਗਈ ਹੈ ਕਿ ਕਹਿੰਦੇ ਵੀ ਹਾਲਾਂਕਿ ਪੈਂਡੇਮਿਕ ਦੇ ਖਿਲਾਫ ਦੇ ਦੌਰਾਨ ਜਿਹੜਾ ਸੀ ਕਾਫੀ ਉੱਤੇ ਥੱਲੇ ਨੌਕਰੀਆਂ ਵਾਲਾ ਕੰਮ ਹੁੰਦਾ ਰਿਹਾ, ਬਹੁਤ ਸਾਰੀਆਂ ਪੋਜੀਸ਼ਨਾਂ ਖਾਲੀ ਵੀ ਹੋਈਆਂ ਔਰ ਬਹੁਤ ਸਾਰੀਆਂ ਨਵੀਆਂ ਨੌਕਰੀਆਂ ਕ੍ਰੀਏਟ ਵੀ ਹੋਈਆਂ, ਪਰ ਫਿਰ ਵੀ ਕਹਿੰਦੇ ਆ ਕਿ 9,60,000 ਜਿਹੜੀਆਂ ਪੋਜੀਸ਼ਨਸ ਆ ਉਹ ਹਾਲੇ ਵੀ ਅਨਫਿਲਡ ਨੇ। ਇਹ ਵੀ ਇੱਕ ਕਾਰਨ ਆ। ਔਰ ਤੁਸੀਂ ਇਹ ਦੇਖੋ ਕਿ 5 ਮਿਲੀਅਨ ਲੋਕ ਜਿਹੜੇ ਆ ਉਹ ਭਾਵ ਕਿ 50 ਲੱਖ ਲੋਕ 2030 ਤੱਕ ਜਿਹੜੇ ਉਹ ਰਿਟਾਇਰ ਹੋ ਰਹੇ ਨੇ, ਔਰ 9,60,000 ਲਗਭਗ 10 ਲੱਖ ਹੀ ਲਾ ਲਈਏ ਇਸ ਵਕਤ ਪੋਸਟਾਂ ਖਾਲੀ ਨੇ। ਸੋ ਇਸ ਕਰਕੇ ਜਿਹੜਾ ਵਾ ਲਗਾਤਾਰ ਇਹ ਟਾਰਗੇਟ ਵਧਾਏ ਜਾ ਰਹੇ ਨੇ। ਔਰ ਸਭ ਤੋਂ ਜਿਹੜਾ ਅਹਿਮ ਸਵਾਲ ਹੈ ਕਿ ਪ੍ਰੋਸੈਸਿੰਗ ਟਾਈਮ ਦਾ, ਜਿਹਦੇ ਵਿੱਚ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵੀ ਮਦਦ ਲਈ ਜਾਵੇਗੀ। ਹਾਲਾਂਕਿ ਜਿਹੜਾ ਫਾਈਨਲ ਡਿਸੀਜਨ ਆ ਉਹ ਜਿਹੜਾ ਇਮੀਗ੍ਰੇਸ਼ਨ ਅਧਿਕਾਰੀ ਲਏਗਾ, ਪਰ ਇਹਦੇ ਵਿੱਚ ਹੁਣ ਮਸ਼ੀਨਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਸੋ ਦੇਖਦੇ ਹਾਂ ਕਿ ਇਹ ਹੋਰ ਕਿੰਨਾ ਕੁ ਸੁਧਾਰ ਇਸ ਮਾਮਲੇ ਵਿੱਚ ਹੁੰਦਾ ਆ, ਪਰ ਅੱਜ ਕਾਫੀ ਵੱਡਾ ਤੇ ਖੁੱਲੇ ਦਿਲ ਵਾਲਾ ਟਾਰਗੇਟ ਜਿਹੜਾ ਉਹ ਕੈਨੇਡਾ ਵੱਲੋਂ ਰੱਖਿਆ ਗਿਆ। ਜੀ ਬਿਲਕੁਲ। ਮਨਦੀਪ ਜੀ, ਹੁਣ ਇਮੀਗ੍ਰੇਸ਼ਨ ਤੋਂ ਹਟ ਕੇ ਗੱਲ ਕਰਦੇ ਹਾਂ। ਵੈਨਕੂਵਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬੁੱਤ ਦੇ ਨਾਲ ਛੇੜਛਾੜ ਕੀਤੀ ਗਈ ਹੈ। ਕਿਸ ਸਟੈਚੂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਇਸ ਬਾਰੇ ਹੋਰ ਕੀ ਇਨਫੋਰਮੇਸ਼ਨ ਸਾਹਮਣੇ ਆਈ ਹੈ? ਬਿਲਕੁਲ ਜੀ, ਵੈਨਕੂਵਰ ਡਾਊਨਟਾਊਨ ਦੀ ਘਟਨਾ ਆ, ਔਰ ਖਾਸ ਤੌਰ ਤੇ ਅਸੀਂ ਤਸਵੀਰਾਂ ਵੀ ਦਰਸ਼ਕਾਂ ਨੂੰ ਜਿਹੜਾ ਉਹ ਦਿਖਾ ਦਿੰਦੇ ਆ ਕਿ ਇਸ ਵਕਤ ਉੱਥੇ ਜਿਹੜਾ ਗੈਸੀ ਜੈਕ ਜਿਹੜਾ ਖਾਸ ਕਰਕੇ ਵੈਨਕੂਵਰ ਦਾ ਸੀ ਗੈਸ ਜਿਹੜਾ ਵਾ ਉਹ ਗੈਸ ਟਾਊਨ ਜਾਂ ਕੁਛ ਇਸ ਕਰਕੇ ਨਾਮ ਉੱਥੇ ਲਿਆ ਜਾਂਦਾ ਉਸ ਇਲਾਕੇ ਦਾ। ਉੱਥੇ ਜਿਹੜਾ ਇਹ ਗੈਸੀ ਜੈਕ ਜਿਹਨੂੰ ਕਿ ਇੱਥੇ ਦਾ ਕਰਤਾ ਧਰਤਾ ਮੰਨਿਆ ਜਾਂਦਾ ਵਾ, ਉਹਦਾ ਬੁੱਤ ਲੱਗਾ ਹੋਇਆ ਸੀ। ਉਹ ਬੁੱਤ ਜਿਹੜਾ ਅੱਜ ਉੱਥੇ ਜਿਹੜਾ ਸੀ ਮੂਲ ਨਿਵਾਸੀ ਭਾਈਚਾਰੇ ਵੱਲੋਂ ਜਿਹੜਾ ਉਹ ਸੁੱਟ ਦਿੱਤਾ ਗਿਆ, ਜਿਹਦੇ ਵਿੱਚ ਇਹ ਦੋਸ਼ ਲੱਗੇ ਸੀਗੇ ਕਿ ਇਸ ਵਿਅਕਤੀ ਵੱਲੋਂ ਜੋ ਕਿ 1870 ਦੇ ਨੇੜੇ ਤੇੜੇ ਦੀਆਂ ਗੱਲਾਂ ਨੇ, ਉਸ ਦੌਰਾਨ ਇੱਥੇ ਇਹਦੇ ਵੱਲੋਂ ਕੋਈ ਕੰਮ ਚਲਾਇਆ ਜਾਂਦਾ ਸੀਗਾ। ਉਦੋਂ ਇਹਨੇ 2 ਵਿਆਹ ਕਰਾਏ ਸੀ, ਔਰ ਦੋਵੇਂ ਕਰਾਏ ਸੀ ਮੂਲ ਨਿਵਾਸੀ ਭਾਈਚਾਰੇ ਦੀਆਂ ਲੜਕੀਆਂ ਨਾਲ, ਤੇ ਉਹਨਾਂ ਦੀ ਉਮਰ 12-12 ਸਾਲ ਸੀ। ਸੋ ਇਸ ਤਰੀਕੇ ਨਾਲ ਹੋਰ ਵੀ ਕੁਝ ਕਹਾਣੀਆਂ ਜਿਹੜੀਆਂ ਮੂਲ ਨਿਵਾਸੀ ਔਰਤਾਂ ਦੇ ਖਿਲਾਫ ਇਹਦੀਆਂ ਦੱਸੀਆਂ ਜਾ ਰਹੀਆਂ ਨੇ, ਔਰ ਕਾਫੀ ਲੰਬੇ ਸਮੇਂ ਤੋਂ ਇਸ ਦੇ ਸੰਬੰਧੀ ਇਹ ਹਿਸਟਰੀ ਕੱਢੀ ਜਾ ਰਹੀ ਸੀਗੀ ਜੋ ਕਿ ਮੂਲ ਨਿਵਾਸੀ ਭਾਈਚਾਰੇ ਵੱਲੋਂ ਕੱਢੀ ਗਈ ਆ। ਤੇ ਅੱਜ ਇਹਨਾਂ ਵੱਲੋਂ ਜਿਹੜਾ ਸੀ ਇਹ ਜਿਹੜਾ ਬੁੱਤ ਸੀ ਉਹ ਢਾਹ ਦਿੱਤਾ ਗਿਆ, ਸੁੱਟ ਦਿੱਤਾ ਗਿਆ, ਔਰ ਇਸ ਵਕਤ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਦੇ ਉੱਤੇ ਪੇਂਟ ਵੀ ਕੀਤਾ ਗਿਆ। ਸੋ ਹੁਣ ਦੇਖਦੇ ਹਾਂ ਕਿ ਸਿਟੀ ਆਫ ਵੈਨਕੂਵਰ ਵੱਲੋਂ ਇਸ ਉੱਤੇ ਕੀ ਕੀਤਾ ਜਾਂਦਾ ਹੈ, ਕਿ ਪੱਕੇ ਤੌਰ ਤੇ ਇਸ ਬੁੱਤ ਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ, ਕਿਉਂਕਿ ਅਸੀਂ ਦੇਖਿਆ ਕਿ ਕੈਨੇਡਾ ਦੇ ਵਿੱਚ ਕਈ ਥਾਵਾਂ ਤੇ ਜਿਹੜੇ ਵਿਵਾਦਗ੍ਰਸਤ ਸ਼ਖਸੀਅਤਾਂ ਦੇ ਬੁੱਤ ਲੱਗੇ ਹੋਏ ਸੀ ਉਹ ਹਟਾਏ ਵੀ ਗਏ ਨੇ, ਜਿਸ 'ਚ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਬੁੱਤ ਵੀ ਹਟਾਇਆ ਗਿਆ ਸੀਗਾ। ਸੋ ਦੇਖਦੇ ਹਾਂ ਕਿ ਹੁਣ ਇਸ ਬੁੱਤ ਉੱਤੇ ਕਿਸ ਤਰੀਕੇ ਨਾਲ ਜਿਹੜਾ ਸਿਟੀ ਆਫ ਵੈਨਕੂਵਰ ਉਹ ਫੈਸਲਾ ਲੈਂਦੀ ਹੈ। ਜੀ ਮਨਦੀਪ ਜੀ, ਪ੍ਰੋਟੈਸਟ ਅਜੇ ਵੀ ਲਗਾਤਾਰ ਜਾਰੀ ਹੈ। ਕਾਫੀ ਦਿਨ ਜਿਹੜੇ ਨੇ ਇਸ ਪ੍ਰਦਰਸ਼ਨ ਨੂੰ ਹੋ ਚੁੱਕੇ ਨੇ, ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ। ਹੁਣ ਕੀ ਕਹਿੰਦੇ ਨੇ ਪ੍ਰਧਾਨ ਮੰਤਰੀ? ਬਿਲਕੁਲ ਜੀ, ਕੈਨੇਡਾ ਦੇ ਇਤਿਹਾਸ ਵਿੱਚ ਅੱਜ ਇੱਕ ਬਹੁਤ ਵੱਡਾ ਕਦਮ ਜਿਹੜਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚੱਕਿਆ ਗਿਆ, ਕਿਉਂਕਿ ਕੈਨੇਡਾ ਦੇ ਵਿੱਚ ਅੱਜ ਤੱਕ ਜਿਹੜਾ ਵਾ ਐਮਰਜੈਂਸੀ ਐਕਟ ਨਹੀਂ ਲੱਗਾ। 1988 ਦੇ ਵਿੱਚ ਇਹ ਐਕਟ ਬਣਿਆ ਸੀ, ਪਰ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਸੀ ਇਹ ਐਮਰਜੈਂਸੀ ਐਕਟ ਜਿਹੜਾ ਸੀ ਉਹ ਲਾਗੂ ਨਹੀਂ ਕੀਤਾ ਗਿਆ ਸੀ, ਕਿਉਂਕਿ ਕਦੇ ਲੋੜ ਹੀ ਨਹੀਂ ਪਈ ਸੀ। ਪਰ ਇਸ ਦੌਰਾਨ ਕਿਉਂਕਿ ਹੁਣ ਇਸ ਵਕਤ ਜਿਹੜੇ ਵੈਕਸੀਨ ਮੈਂਡੇਟ ਆ ਜਾਂ ਹੋਰ ਮੈਂਡੇਟਸ ਆ ਉਹਦੇ ਖਿਲਾਫ ਰੱਜ ਕੇ ਪ੍ਰੋਟੈਸਟ ਹੋ ਰਹੇ ਸੀ। ਅਸੀਂ ਸਭ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਜਿਹੜਾ
ਬ੍ਰਿਜ ਸੀਗਾ ਅੰਬੈਸਡਰ ਬ੍ਰਿਜ, ਉਹ ਬੰਦ ਕੀਤਾ ਗਿਆ। ਉਸ ਤੋਂ ਬਾਅਦ ਕਿੰਨਾ ਇੰਟਰਨੈਸ਼ਨਲੀ ਪ੍ਰਭਾਵ ਵੀ ਪਿਆ, ਦਬਾਅ ਵੀ ਪਿਆ, ਕਿੰਨੇ ਕਾਰੋਬਾਰ ਵੀ ਜਿਹੜੇ ਸੀ ਉਹਨਾਂ ਨੂੰ ਝਟਕਾ ਲੱਗਾ। ਔਰ ਇਸ ਦੇ ਨਾਲ ਨਾਲ ਜੋ ਆਟਵਾ ਦੇ ਵਿੱਚ ਹਾਲਾਤ ਨੇ, ਲੋਕ ਉਸ ਤੋਂ ਬਹੁਤ ਪਰੇਸ਼ਾਨ ਨੇ। ਸੋ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਲਗਾਤਾਰ ਐਨਡੀਪੀ ਵੱਲੋਂ ਵੀ ਜਿਹੜਾ ਸੀ ਉਹ ਦਬਾਅ ਬਣਾਇਆ ਜਾ ਰਿਹਾ ਸੀ, ਵਿਰੋਧੀ ਧਿਰਾਂ ਵੱਲੋਂ ਹੋਰਨਾਂ ਵੱਲੋਂ ਵੀ ਘੇਰਿਆ ਜਾ ਰਿਹਾ ਸੀ, ਹੋਰ ਆਮ ਲੋਕ ਵੀ ਜਿਹੜੇ ਲਗਾਤਾਰ ਚਰਚਾ ਕਰ ਰਹੇ ਸੀਗੇ। ਸੋ ਉਸ ਤੋਂ ਬਾਅਦ ਹੁਣ ਐਮਰਜੈਂਸੀ ਐਕਟ ਜਿਹੜਾ ਅੱਜ ਉਹ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜਿਹਦਾ ਐਲਾਨ ਅੱਜ ਟਰੂਡੋ ਵੱਲੋਂ ਕਰ ਦਿੱਤਾ ਗਿਆ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਐਕਟ ਜਿਹੜਾ ਬਹੁਤ ਲਿਮਟਿਡ ਸਮੇਂ ਲਈ ਹੋਊਗਾ, ਪਰ ਇਸ ਦੌਰਾਨ ਜਿਹੜੀਆਂ ਪੁਲਿਸ ਨੂੰ ਤੇ ਹੋਰ ਜਿਹੜੇ ਅਫੀਸ਼ੀਅਲਸ ਆ ਜਾਂ ਹੋਰ ਸੂਬੇ ਨੇ, ਉਹਨਾਂ ਨੂੰ ਤਾਕਤਾਂ ਵੱਧ ਜਾਂਦੀਆਂ ਨੇ, ਸਰਕਾਰ ਦੀਆਂ ਤਾਕਤਾਂ ਵੱਧ ਜਾਂਦੀਆਂ ਨੇ ਕਿ ਉਹ ਆਪਣੇ ਹਿਸਾਬ ਨਾਲ ਫਿਰ ਇਹਨਾਂ ਸਥਿਤੀਆਂ ਨੂੰ ਹੈਂਡਲ ਕਰ ਸਕਦੇ ਨੇ। ਸੋ ਉਹ ਐਕਟ ਜਿਹੜਾ ਵਾ ਅੱਜ ਉਹਦਾ ਐਲਾਨ ਜਿਹੜਾ ਕੀਤਾ ਗਿਆ, ਅੱਜ ਮੀਡੀਆ ਨੂੰ ਸੰਬੋਧਨ ਕੀਤਾ ਜਸਟਿਨ ਟਰੂਡੋ ਹੋਣਾ ਦੀ ਕੈਬਨਿਟ ਵੱਲੋਂ। ਦੇਰ ਰਾਤ ਉਹਨਾਂ ਵੱਲੋਂ ਇੱਕ ਕੈਬਨਿਟ ਮੀਟਿੰਗ ਵੀ ਕੀਤੀ ਗਈ ਸੀ। ਸੋ ਅੱਜ ਐਮਰਜੈਂਸੀ ਐਕਟ ਦਾ ਐਲਾਨ ਜਿਹੜਾ ਉਹ ਕੀਤਾ ਗਿਆ। ਮਨਦੀਪ ਜੀ, ਅਗਲਾ ਸਵਾਲ ਵੀ ਪ੍ਰੋਟੈਸਟ ਨਾਲ, ਪ੍ਰਦਰਸ਼ਨ ਨਾਲ ਜੁੜਿਆ ਹੋਇਆ ਹੈ। ਬਾਰਡਰ ਜਿਹੜਾ ਸੀ ਇੱਕ ਹਫ਼ਤੇ ਤੱਕ ਬੰਦ ਰਿਹਾ, ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਨੂੰ ਖਾਲੀ ਕਰਵਾ ਲਿਆ ਗਿਆ ਹੈ, ਖੁਲਵਾ ਲਿਆ ਗਿਆ ਹੈ ਬਾਰਡਰ ਨੂੰ। ਸੋ ਇਸ ਬਾਰੇ ਹੋਰ ਕੀ ਪਤਾ ਚੱਲ ਰਿਹਾ ਹੈ? ਇੱਕ ਰਿਪੋਰਟ ਸਾਹਮਣੇ ਆਈ ਹੈ, ਸਭ ਤੋਂ ਪਹਿਲਾਂ ਉਹ ਦਿਖਾ ਲੈਂਦੇ ਹਾਂ, ਬਾਅਦ ਵਿੱਚ ਤੁਹਾਡੇ ਤੋਂ ਇਸ ਬਾਰੇ ਜਾਣਕਾਰੀ ਲਵਾਂਗੇ। ਇੱਕ ਹਫ਼ਤਾ ਬਾਰਡਰ ਬੰਦ ਰਹਿਣ ਤੋਂ ਬਾਅਦ ਹੁਣ ਆਖਿਰਕਾਰ ਮੁੜ ਤੋਂ ਇਸ ਨੂੰ ਖੋਲ੍ਹ ਦਿੱਤਾ ਗਿਆ। ਹੁਣ ਮੁੜ ਤੋਂ ਅੰਬੈਸਡਰ ਬਾਰਡਰ ਦੇ ਰਾਹੀਂ ਆਵਾਜਾਈ ਸ਼ੁਰੂ ਹੋ ਚੁੱਕੀ ਹੈ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਬਾਰਡਰ ਨੂੰ ਖਾਲੀ ਕਰਵਾਉਣ ਵਾਸਤੇ ਉਨ੍ਹਾਂ ਨੂੰ ਕਈ ਜਾਣੇ ਗ੍ਰਿਫਤਾਰ ਕਰਨੇ ਪਏ। ਪੁਲਿਸ ਵੱਲੋਂ ਇਸ ਦੌਰਾਨ 2 ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿੰਡਸਰ ਪੁਲਿਸ ਵੱਲੋਂ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਉਨ੍ਹਾਂ ਵੱਲੋਂ ਇੱਥੇ ਗਲਤ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇੱਕ ਟਵੀਟ ਦੇ ਰਾਹੀਂ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਇੱਥੇ ਜ਼ੀਰੋ ਟੋਲਰੈਂਸ ਹੋਵੇਗੀ। ਇਸ ਤੋਂ ਇਲਾਵਾ ਆਰਸੀਐਮਪੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਬ੍ਰਿਟਿਸ਼ ਕੋਲੰਬੀਆ ਬਾਰਡਰ ਕ੍ਰਾਸਿੰਗ ਤੋਂ 4 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਡਰਾਈਵ ਬ੍ਰਿਟਿਸ਼ ਕੋਲੰਬੀਆ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹਾਈਵੇ 15 ਨੂੰ 1st ਅਤੇ 8th ਐਵਨਿਊ ਵਾਸਤੇ ਬੰਦ ਰੱਖਿਆ ਗਿਆ। ਐਤਵਾਰ ਵਾਲੇ ਦਿਨ ਇੱਥੇ ਸਾਰੇ ਰੂਟਸ ਬੰਦ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਟਰੱਕ ਡਰਾਈਵਰਸ ਵਾਸਤੇ ਜੋ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ, ਇਸ ਦਾ ਲਗਾਤਾਰ ਡਰਾਈਵਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਕਾਫੀ ਦਿਨਾਂ ਤੋਂ ਇਸ ਲਾਜ਼ਮੀ ਵੈਕਸੀਨੇਸ਼ਨ ਨੀਤੀ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੋ ਅਜੇ ਵੀ ਜਾਰੀ ਹੈ। ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਨੀਤੀ ਨੂੰ ਰੱਦ ਕਰੇ ਤੇ ਨਾਲ ਹੀ ਸੂਬਿਆਂ ਤੋਂ ਪਾਬੰਦੀਆਂ ਹਟਾ ਦਿੱਤੀਆਂ ਜਾਣ। ਇੱਕ ਹਫ਼ਤਾ ਬਾਰਡਰ ਬੰਦ ਰਹਿਣ ਤੋਂ ਬਾਅਦ ਜੀ ਮਨਦੀਪ ਜੀ, ਸੋ ਇਹ ਜੋ ਬਾਰਡਰ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਇੱਥੇ ਪਹਿਲਾਂ ਤਾਂ ਇਹ ਵੀ ਜਾਣਨਾ ਚਾਹਾਂਗੇ ਕਿ ਪ੍ਰੋਟੈਸਟ ਵਿੱਚ ਕੀ ਹਾਲਾਤ ਬਣੇ ਹੋਏ ਨੇ ਤੇ ਬਾਰਡਰ ਬਾਰੇ ਹੋਰ ਕੀ ਪਤਾ ਚੱਲ ਰਿਹਾ? ਜੀ ਬਿਲਕੁਲ ਜੀ, ਹੁਣ ਸਰਕਾਰ ਜਿਹੜੀ ਉਹ ਇਹਨਾਂ ਜਿਹੜੇ ਪ੍ਰਦਰਸ਼ਨ ਆ ਇਹਨਾਂ ਨੂੰ ਹੁਣ ਖਤਮ ਕਰਨ ਤੇ ਲਗਭਗ ਆ ਗਈ ਆ, ਕਿਉਂਕਿ ਬਹੁਤ ਸਾਰੇ ਲੀਡਰਾਂ ਵੱਲੋਂ ਲਗਭਗ ਇਹ ਅਪੀਲ ਕਰ ਦਿੱਤੀ ਗਈ ਸੀ ਕਿ ਹੁਣ ਸਮਾਂ ਆ ਗਿਆ ਕਿ ਹੁਣ ਜਿਹੜੇ ਪ੍ਰਦਰਸ਼ਨਕਾਰੀ ਉਹਨਾਂ ਨੂੰ ਘਰ ਚੱਲ ਜਾਣਾ ਚਾਹੀਦਾ। ਉਹਨਾਂ ਦੀ ਗੱਲ ਇਸ ਸਮੇਂ ਸੁਣ ਲਈ ਗਈ ਆ ਔਰ ਇਹਦੇ ਤੇ ਵਿਚਾਰ ਵੀ ਕੀਤਾ ਜਾਵੇਗਾ। ਔਰ ਅਸੀਂ ਅੱਜ ਦੇਖਿਆ ਵੀ ਗਿਆ ਕਿ ਹੁਣ ਕੁਝ ਸੂਬੇ ਢਿੱਲਾਂ ਦੇ ਵੀ ਰਹੇ ਨੇ, ਜਿਵੇਂ ਕਿ ਅੱਜ ਅੰਟਾਰੀਓ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ ਪ੍ਰੂਫ ਆਫ ਵੈਕਸੀਨੇਸ਼ਨ ਹੈ ਉਹ ਅਸੀਂ 1 ਮਾਰਚ ਤੋਂ ਹਟਾ ਰਹੇ ਹਾਂ। ਅਲਬਰਟਾ ਇੱਥੇ ਪਹਿਲਾਂ ਐਲਾਨ ਕਰ ਚੁੱਕਾ ਹੈ, ਸਸਕੈਚੂਨ 'ਚ ਵੀ ਹੋ ਚੁੱਕਾ। ਸੋ ਲਗਭਗ ਜਿਹੜੇ 3 ਸੂਬੇ ਆ ਇਹਦਾ ਐਲਾਨ ਕਰ ਚੁੱਕੇ ਨੇ। ਸੋ ਹੌਲੀ ਹੌਲੀ ਜਿਸ ਤਰੀਕੇ ਨਾਲ ਚੀਜ਼ਾਂ ਆਮ ਹੋ ਰਹੀਆਂ ਨੇ, ਉਵੇਂ ਜਿਹੜੀਆਂ ਉਹ ਪਾਬੰਦੀਆਂ ਸੂਬੇ ਵੱਲੋਂ ਵੀ ਹਟਾਈਆਂ ਜਾ ਰਹੀਆਂ ਨੇ। ਪਰ ਜੇਕਰ ਅਸੀਂ ਖਾਸ ਤੌਰ ਤੇ ਸਬਰੀ ਦੀ ਗੱਲ ਕਰੀਏ ਤਾਂ ਇਹਦੇ ਬੰਦ ਹੋਣ ਦਾ ਸਭ ਤੋਂ ਵੱਧ ਪ੍ਰਭਾਵ ਪਿਆ। ਹਾਲਾਂਕਿ ਬਾਹਰ ਵੀ ਜੇਕਰ ਅਸੀਂ ਦੇਖੀਏ ਤਾਂ ਇਕੱਠ ਹੋ ਰਿਹਾ ਸੀ, ਉਦੋਂ ਵੀ ਇੰਨਾ ਜ਼ਿਆਦਾ ਰਿਐਕਟ ਨਹੀਂ ਕੀਤਾ ਗਿਆ ਸੀ ਸਰਕਾਰਾਂ ਵੱਲੋਂ ਜਿੰਨਾ ਰਿਐਕਟ ਇਸ ਬ੍ਰਿਜ ਦੇ ਬੰਦ ਹੋਣ ਨਾਲ ਕੀਤਾ ਗਿਆ, ਕਿਉਂਕਿ ਇਹਦੇ ਨਾਲ ਬਹੁਤ ਵੱਡਾ ਕਾਰੋਬਾਰ ਜੁੜਿਆ ਹੋਇਆ। ਅਸੀਂ ਪਹਿਲਾਂ ਵੀ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਕਿ ਰੋਜ਼ਾਨਾ ਕਿਹਾ ਜਾਂਦਾ ਕਿ 300 ਮਿਲੀਅਨ ਦੀ ਕੀਮਤ ਦਾ ਜਿਹੜਾ ਸਮਾਨ ਆ, ਵਪਾਰ ਆ, ਇਸ ਬ੍ਰਿਜ ਤੋਂ ਆਰ-ਪਾਰ ਹੁੰਦਾ ਆ। ਔਰ ਸਭ ਤੋਂ ਵੱਡਾ ਤੇ ਸਭ ਤੋਂ ਬਿਜ਼ੀ ਜਿਹੜਾ ਬ੍ਰਿਜ ਆ ਇਸ ਵਕਤ ਇਹ ਬਾਰਡਰ ਆ ਇਹ ਕੈਨੇਡਾ ਤੇ ਅਮਰੀਕਾ ਦਾ। ਸੋ ਇਸ ਕਰਕੇ ਅਮਰੀਕਾ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਸੀ ਕੈਨੇਡਾ ਨੂੰ ਵੀ ਜਲਦ ਤੋਂ ਜਲਦ ਇਹ ਬ੍ਰਿਜ ਖੁਲਾਇਆ ਜਾਵੇ। ਉਸ ਤੋਂ ਬਾਅਦ ਐਤਵਾਰ ਦੀ ਸ਼ਾਮ ਨੂੰ ਜਿਹੜਾ ਸੀ ਇਹ ਬ੍ਰਿਜ ਫਿਰ ਉੱਥੇ ਖਲਵਾ ਲਿਆ ਗਿਆ ਸੀਗਾ। ਔਰ ਜਿਹੜੀ ਕੈਨੇਡਾ ਦੀ ਬਾਰਡਰ ਸਰਵਿਸ ਏਜੰਸੀ ਆ ਉਹਦੇ ਵੱਲੋਂ ਵੀ ਕਨਫਰਮ ਕਰ ਦਿੱਤਾ ਗਿਆ ਕਿ ਹੁਣ ਜਿਹੜੇ ਪੈਸੇਂਜਰ ਤੇ ਕਮਰਸ਼ੀਅਲ ਵਹੀਕਲ ਆ ਉਹ ਇੱਧਰ ਆ ਜਾ ਰਹੇ ਨੇ। ਔਰ ਸਰਕਾਰ ਦੇ ਜਿਹੜੇ ਅਫੀਸ਼ੀਅਲਸ ਆ ਉਹਨਾਂ ਵੱਲੋਂ ਵੀ ਟਵੀਟ ਕਰ ਦਿੱਤਾ ਗਿਆ ਸੀ ਕਿ ਬ੍ਰਿਜ ਹੁਣ ਖੁੱਲ ਚੁੱਕਾ ਆ। ਸੋ ਹੁਣ ਅੱਜ ਤੋਂ ਐਮਰਜੈਂਸੀ ਐਕਟ ਵੀ ਜਿਵੇਂ ਅਸੀਂ ਪਹਿਲਾਂ 10 ਘੰਟੇ ਲੱਗ ਚੁੱਕਾ ਆ। ਸੋ ਹੁਣ ਦੇਖਦੇ ਹਾਂ ਕਿ ਇਸ ਤੋਂ ਅੱਗੇ ਕੀ ਹਾਲਾਤ ਬਣਦੇ ਨੇ। ਜਿਹੜੇ ਹੋਰ ਬਾਕੀ ਥਾਵਾਂ ਤੇ ਰੋਸ ਪ੍ਰਦਰਸ਼ਨ ਚੱਲ ਰਹੇ ਨੇ, ਕਿਉਂਕਿ ਇਸ ਵੀਕਐਂਡ ਤੇ ਇੱਥੇ ਜੇਕਰ ਅਸੀਂ ਗੱਲ ਕਰੀਏ ਜਾਂ ਇੱਥੇ BC ਦੇ ਜਿਹੜੇ ਬਾਰਡਰ ਨੇ ਉੱਥੇ ਵੀ ਲੋਕ ਪਹੁੰਚੇ ਸੀਗੇ। ਇਸ ਤੋਂ ਇਲਾਵਾ ਹੋਰ ਆਟਵਾ ਜਾਂ ਓਨਟਾਰੀਓ ਦੇ ਹੋਰਨਾਂ ਥਾਵਾਂ ਤੇ ਵੀ ਪ੍ਰਦਰਸ਼ਨ ਹੋ ਰਹੇ ਨੇ। ਸੋ ਦੇਖਦੇ ਹਾਂ ਕਿ ਹੁਣ ਬਾਕੀ ਥਾਵਾਂ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਤੇ ਵੀ
ਕਿਉਂਕਿ ਕੋਸ਼ਿਸ਼ ਹੁਣ ਸਰਕਾਰ ਵੱਲੋਂ ਇਹ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਓਟਾਵਾ ਦੇ ਵਿੱਚ ਉੱਥੇ ਦੇ ਡਾਊਨਟਾਊਨ ਦੇ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ, ਪਹਿਲਾਂ ਹੌਰਨਾਂ ਤੋਂ ਪਰੇਸ਼ਾਨ ਸੀਗੇ, ਉਸ ਤੋਂ ਇਲਾਵਾ ਤਰ੍ਹਾਂ ਦੀਆਂ ਤਸਵੀਰਾਂ ਆ ਰਹੀਆਂ ਨੇ, ਉੱਥੇ ਮਿਊਜ਼ਿਕ ਸਿਸਟਮ ਚੱਲਦਾ, ਰਾਤ ਨੂੰ ਪਾਰਟੀਆਂ ਹੁੰਦੀਆਂ ਨੇ। ਸੋ ਉਹਨਾਂ ਸਾਰੀਆਂ ਚੀਜ਼ਾਂ ਉੱਤੇ ਜਿਹੜਾ ਆਸੇ-ਪਾਸੇ ਮਾਹੌਲ ਜਿਹੜਾ ਉਹ ਉਸ ਤਰੀਕੇ ਦਾ ਬਣਿਆ ਹੋਇਆ ਜੋ ਆਮ ਤੌਰ ਤੇ ਨਹੀਂ ਹੁੰਦਾ। ਸੋ ਹੁਣ ਦੇਖਣਾ ਇਹ ਬਣਦਾ ਕਿ ਹੁਣ ਤਾਕਤਾਂ ਪੁਲਿਸ ਕੋਲ ਵੀ ਵੱਧ ਗਈਆਂ ਨੇ। ਹਾਲਾਂਕਿ ਪ੍ਰਧਾਨ ਮੰਤਰੀ ਨੇ ਇੱਕ ਦਿਨ ਪਹਿਲਾਂ ਹੀ ਇਹ ਕਿਹਾ ਸੀਗਾ ਕਿ ਪੁਲਿਸ ਨੇ ਕਿਸ ਤਰੀਕੇ ਨਾਲ ਕੰਮ ਕਰਨਾ ਹੈ, ਪੁਲਿਸ ਨੇ ਤੈਅ ਕਰਨਾ, ਅਸੀਂ ਇਹਦੇ ਵਿੱਚ ਕੋਈ ਦਖਲ ਨਹੀਂ ਦੇਵਾਂਗੇ। ਪਰ ਹੁਣ ਜਿਹੜਾ ਇਹ ਐਕਟ ਲਾਇਆ ਗਿਆ ਔਰ ਇਹਦੇ ਵਿੱਚ ਹੁਣ ਕਿਸ ਤਰੀਕੇ ਨਾਲ ਕੰਮ ਕਰਦੇ ਆ ਇਹ ਵੀ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਕੈਨੇਡਾ ਦੇ ਇਤਿਹਾਸ 'ਚ ਇਹ ਐਕਟ ਪਹਿਲੀ ਵਾਰ ਲੱਗਾ ਹੈ। ਜੀ ਸੋ ਮਨਦੀਪ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ तमाम ਖਬਰਾਂ ਤੇ ਵਿਚਾਰ ਚਰਚਾ ਕਰਨ ਵਾਸਤੇ ਤੇ ਜਾਣਕਾਰੀ ਦੇਣ ਵਾਸਤੇ। ਬਹੁਤ-ਬਹੁਤ ਧੰਨਵਾਦ ਜੀ, ਬਹੁਤ-ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਰੋਜ਼ਾਨਾ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ, ਜਿੱਥੇ ਗੱਲਬਾਤ ਕੈਨੇਡਾ ਦੀਆਂ ਖਾਸ ਤੇ ਵੱਡੀਆਂ ਖਬਰਾਂ ਦੀ ਹੋਏਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ।